ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਕਹਿੰਦੇ ਹਨ ਜੀ ਸਾਡੀ ਕਿਸਮਤ ਸਾਡਾ ਸਾਥ ਨਹੀਂ ਦਿੰਦੀ, ਉਹ ਲੋਕ ਜੇਕਰ ਦੀਵਾਲੀ ਤੋਂ ਪਹਿਲਾਂ ਇੱਕ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਉਹਨਾਂ ਦੇ ਘਰ ਵਿੱਚ ਬਰਕਤ ਆ ਜਾਵੇਗੀ, ਖੁਸ਼ੀਆਂ ਦਾ ਵਾਸ ਹੋ ਜਾਵੇਗਾ। ਉਹਨਾਂ ਦੀ ਕਿਸਮਤ ਉਹਨਾਂ ਨੂੰ ਖੁਦ ਲੱਗੇਗਾ ਕਿ ਸਾਥ ਦੇਣ ਵਾਲੀ ਬਣ ਚੁੱਕੀ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ, ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਉਹਨਾਂ ਦੇ ਘਰ ਪਰਿਵਾਰ ਤੇ ਜੁੜ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪੰਡਿਤ ਰਿਹਾ ਕਰਦਾ ਸੀ। ਉਸ ਸਮੇਂ ਦੀ ਵਿਦਿਆ ਕਲਾ ਦੇ ਵਿੱਚ ਉਹ ਬੜਾ ਹੀ ਨਿਪੁੰਨ ਸੀ। ਉਹ ਗੰਨਾ ਮੰਨਾ ਕਰਕੇ ਦੱਸਿਆ ਕਰਦਾ ਸੀ ਕਿ ਤੁਹਾਡੇ ਭਵਿੱਖ ਵਿੱਚ ਕੀ ਵਾਪਰੇਗਾ, ਚੰਗਾ ਹੋਵੇਗਾ ਤੇ ਫਿਰ ਕੀ ਮਾੜਾ ਹੋ ਜਾਵੇਗਾ। ਕਹਿੰਦੇ ਉਸ ਸਮੇਂ ਉਹ ਆਪਣੇ ਇਲਾਕੇ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਇਨਸਾਨ ਸੀ। ਜੋ ਵੀ ਦੱਸਦਾ ਸੀ ਸਟੀਕ ਭਵਿੱਖਬਾਣੀ ਹੋ ਜਾਂਦੀ ਸੀ, ਜਿਸ ਕਰਕੇ ਵੱਡੇ ਵੱਡੇ ਸ਼ਹਿਰਾਂ ਦੇ ਲੋਕ ਵੀ ਉਹਦੇ ਕੋਲ ਜ਼ਰੂਰ ਆਇਆ ਕਰਦੇ ਸੀ। ਕਹਿੰਦੇ ਕਿ ਉਹਦੇ ਘਰ ਹਮੇਸ਼ਾ ਹੀ ਚਹਿਲ ਪਹਿਲ ਲੱਗੀ ਹੀ ਰਹਿੰਦੀ ਸੀ। ਜਾਣ ਸਮੇਂ ਉਹ ਮੋਟੀ ਧਨ ਰਾਸ਼ੀ ਦੇ ਕੇ ਜਾਇਆ ਕਰਦੇ ਸਨ। ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ। ਹੁਣ ਜਿਵੇਂ ਜਿਵੇਂ ਪੁੱਤ ਵੱਡਾ ਹੁੰਦਾ ਗਿਆ, ਉਹ ਦੇਖਦਾ ਗਿਆ ਕਿ ਸਾਡੇ ਘਰ ਰੋਜ਼ ਬੜੇ ਸਾਰੇ ਲੋਕ ਇਕੱਠੇ ਹੁੰਦੇ ਹਨ। ਜਦੋਂ 7 ਕੁ ਵਰ੍ਹਿਆਂ ਦਾ ਹੋਇਆ ਤਾਂ ਉਸਨੂੰ ਸਮਝ ਆਉਣ ਲੱਗੀ ਕਿ ਸਾਡੇ ਘਰ ਬੜੇ ਸਾਰੇ ਲੋਕ ਆਉਂਦੇ ਹਨ, ਪਰ ਹੱਥ ਦੇ ਵਿੱਚ ਇੱਕ ਵਰਕਾ ਹੁੰਦਾ ਹੈ ਤੇ ਕੋਈ ਉਹ ਵਰਕਾ ਲੈ ਕੇ ਖੁਸ਼ੀ-ਖੁਸ਼ੀ ਜਾਂਦਾ ਹੈ ਤੇ ਕੋਈ ਉਦਾਸ ਹੋ ਜਾਂਦਾ ਹੈ। ਇੱਕ ਦਿਨ ਉਹ ਵਰਕਾ ਫੜ ਕੇ ਆਪਣੇ ਪਿਤਾ ਜੀ ਕੋਲ ਗਿਆ। ਜਾ ਕੇ ਪੁੱਛਿਆ ਕਿ ਪਿਤਾ ਜੀ, ਇਹ ਸਾਰੇ ਜਾਣੇ ਵਰਕੇ ਲੈ ਕੇ ਆਉਂਦੇ ਹਨ, ਕਿਸ ਕਾਰਨ ਲਈ ਲੈ ਕੇ ਆਉਂਦੇ ਹਨ? ਉਹਦੇ ਪਿਤਾ ਜੀ ਕਹਿੰਦੇ, ਮੈਂ ਇਹਨਾਂ ਨੂੰ ਇਹਨਾਂ ਦੇ ਆਉਣ ਵਾਲੇ ਭਵਿੱਖ ਬਾਰੇ ਦੱਸਦਾ ਹਾਂ, ਜਿਸ ਕਾਰਨ ਇਹ ਮੇਰੇ ਕੋਲ ਇੱਥੇ ਆਉਂਦੇ ਹਨ। ਉਹਨੇ ਕਿਹਾ, ਪਿਤਾ ਜੀ, ਜੇ ਸਾਰਿਆਂ ਦਾ ਭਵਿੱਖ ਦੱਸ ਦਿਓ ਤੇ ਮੇਰਾ ਵੀ ਭਵਿੱਖ ਦੱਸ ਦਿਓ। ਉਹਦੇ ਪਿਤਾ ਜੀ ਨੇ ਕਿਹਾ, ਹਜੇ ਤੇਰਾ ਭਵਿੱਖ ਦੇਖਣ ਦੀ ਜ਼ਰੂਰਤ ਨਹੀਂ, ਜਦੋਂ ਸਮਾਂ ਆਵੇਗਾ ਤਾਂ ਮੈਂ ਆਪੇ ਹੀ ਵੇਖ ਲਵਾਂਗਾ। ਉਸਨੂੰ ਇਹ ਕਹਿ ਕੇ ਟਾਲ ਦਿੱਤਾ। ਉਹ ਜਦੋਂ ਵੀ ਵਰਕਾ ਲੈ ਕੇ ਜਾਂਦਾ ਉਹ ਅੱਗੋਂ ਟਾਲ ਦਿੰਦੇ। ਲਗਭਗ 1 ਸਾਲ ਦਾ ਸਮਾਂ ਲੰਘਿਆ। ਇੱਕ ਦਿਨ ਉਹਦਾ ਪੁੱਤਰ ਬੜੀ ਹੀ ਜ਼ਿਆਦਾ ਜ਼ਿੱਦ ਕਰਨ ਲੱਗਾ। ਹਾਰ ਥੱਕ ਕੇ ਉਸਨੇ ਕਿਹਾ, ਠੀਕ ਹੈ, ਇਹ ਵਰਕਾ ਲੈ ਕੇ ਆ, ਮੈਂ ਤੇਰੇ ਦੇਖ ਦੇਣਾ ਹਾਂ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਉਹਨੇ ਕੁਝ ਗਣਨਾ ਮੰਨਣਾ, ਕੁਝ ਨੰਬਰ ਲਿਖੇ ਤੇ ਕਹਿੰਦੇ ਉਸ ਤੋਂ ਬਾਅਦ ਉਹਦੇ ਚਿਹਰੇ ਦੇ ਹਾਵ ਭਾਵ ਹੀ ਬਦਲ ਗਏ। ਉਸਦੇ ਉੱਪਰ ਇਹ ਸੀ ਕਿ ਉਹਨੂੰ ਤੁਹਾਡੀ ਆਪਣੀ ਵਿੱਦਿਆ ਤੇ ਆਪਣੇ ਤੇ ਹੀ ਪੈਸੇ ਦਾ ਬੜਾ ਹੀ ਮਾਣ ਸੀ। ਪਰ ਜਦੋਂ ਉਸਨੇ ਆਪਣੇ ਪੁੱਤ ਦਾ ਭਵਿੱਖ ਦੇਖਿਆ, ਉਹਦੇ ਵਿੱਚ ਇਹ ਲਿਖਿਆ ਸੀ ਕਿ ਇਸ ਦਾ ਵਿਆਹ ਤੇਰੇ ਨੇੜੇ ਹੀ ਕੋਈ ਦਰਿਆ ਹੈ, ਉਸ ਦਰਿਆ ਦੇ ਕਿਨਾਰੇ ਇੱਕ ਛੰਨ ਪਾ ਕੇ ਇੱਕ ਮਨੁੱਖ ਰਹਿੰਦਾ ਹੈ, ਮੱਛੀਆਂ ਫੜ ਕੇ ਗੁਜ਼ਾਰਾ ਕਰਦਾ ਹੈ ਤੇ ਉਹਦੀ ਧੀ ਨਾਲ ਹੋ ਜਾਵੇਗਾ। ਹੁਣ ਉਹਨੂੰ ਇਹ ਚੀਜ਼ ਬਰਦਾਸ਼ਤ ਨਹੀਂ ਸੀ ਹੋਈ ਕਿ ਮੇਰੇ ਕੋਲ ਤਾਂ ਇੰਨੀ ਧਨ ਰਾਸ਼ੀ ਦੇ ਕੇ ਇੱਕੋ ਇੱਕ ਪੁੱਤ ਹੈ, ਉਹਦਾ ਵਿਆਹ ਇੱਕ ਮੱਛੀਆਂ ਫੜਨ ਵਾਲੇ ਦੀ ਧੀ ਨਾਲ ਕਿਵੇਂ ਹੋ ਸਕਦਾ ਹੈ। ਉਹਨੇ ਆਪਣੇ ਪੁੱਤ ਨੂੰ ਕੁਝ ਨਾ ਦੱਸਿਆ। ਉਹ ਕਹਿੰਦਾ ਕਿ ਤੇਰਾ ਭਵਿੱਖ ਬੜਾ ਸੋਹਣਾ ਹੈ, ਇੰਨਾ ਕਹਿ ਕੇ ਟਾਲ ਦਿੱਤਾ। ਹੁਣ ਆਪ ਵੇਖਣ ਲੱਗਾ ਕਿ ਉਹਦਾ ਜਨਮ ਕਿੱਥੇ ਹੋਇਆ ਹੈ। ਕਹਿੰਦੇ ਅਗਲੇ ਹੀ ਸਵੇਰੇ ਨਿਕਲ ਗਿਆ ਤੇ ਤੁਰਦੇ ਤੁਰਦੇ ਉਸ ਥਾਂ ਤੇ ਪਹੁੰਚ ਗਿਆ। ਉਸ ਥਾਂ ਤੇ ਜਾ ਕੇ ਬਾਹਰ ਖੜਾ ਹੋ ਗਿਆ। ਹੁਣ ਉਸ ਮੱਛੀਆਂ ਫੜਨ ਵਾਲੇ ਨੇ ਬੜਾ ਹੀ ਉਸਦਾ ਆਦਰ ਸਤਿਕਾਰ ਕੀਤਾ। ਕਹਿੰਦਾ, ਆਓ ਜੀ। ਉਹ ਕਹਿੰਦਾ, ਮੈਂ ਇੱਥੋਂ ਲੰਘਦਾ ਪਿਆ ਸੀ, ਮੈਂ ਤਾਂ ਤੈਨੂੰ ਦੇਖ ਕੇ ਤੇਰੇ ਵੱਲ ਆ ਗਿਆ ਹਾਂ। ਤੇਰੇ ਕੋਲ 5 ਧੀਆਂ ਹਨ, ਇੱਕ ਧੀ ਕੁਝ ਸਮਾਂ ਪਹਿਲਾਂ ਹੀ ਜਿਸ ਦਾ ਜਨਮ ਹੋਇਆ ਹੈ। ਉਸਨੇ ਕਿਹਾ, ਹਾਂਜੀ। ਕਹਿੰਦੇ, ਜਿਸ ਧੀ ਨੇ ਤੇਰੇ ਘਰ ਹੁਣ ਜਨਮ ਲਿਆ ਹੈ, ਤੂੰ ਇੰਨੀਆਂ ਧੀਆਂ ਦਾ ਪਾਲਣ ਪੋਸ਼ਣ ਕਿਵੇਂ ਕਰੇਂਗਾ? ਉਹਨੇ ਕਿਹਾ, ਜੀ ਹੌਲੀ ਹੌਲੀ ਪਰਮਾਤਮਾ ਆਪੇ ਕਰੀ ਜਾਣਗੇ। ਉਹਨੇ ਕਿਹਾ, ਜੀ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਜਿਹੜੀ ਤੇਰੀ 5ਵੀਂ ਧੀ ਹੈ ਇਹ ਤੇਰੇ ਲਈ ਬੜੀ ਭਾਰੂ ਹੈ। ਜੇ ਤੂੰ ਘਰ ਰੱਖੇਂਗਾ ਤਾਂ ਤੇਰੇ ਘਰ ਪੁੱਤ ਵੀ ਨਹੀਂ ਹੋਣਾ ਤੇ ਤੇਰਾ ਰੋਜ਼ਗਾਰ ਵੀ ਖਤਮ ਹੋ ਜਾਣਾ ਹੈ, ਤੇਰਾ ਸਮਾਂ ਮਾੜਾ ਆ ਜਾਣਾ ਹੈ। ਉਹਨੇ ਕਿਹਾ, ਜੀ ਜੋ ਮਰਜ਼ੀ ਹੋ ਜਾਵੇ, ਹੁਣ ਇਸ ਨੂੰ ਮੈਂ ਕਿੱਥੇ ਸੁੱਟ ਨਹੀਂ ਸਕਦਾ, ਪਾਲਣੀ ਤਾਂ ਪਵੇਗੀ। ਪੰਡਿਤ ਨੇ ਕਿਹਾ ਕਿ ਮੇਰੇ ਕੋਲ ਧੀ ਨਹੀਂ ਹੈਗੀ, ਜੇ ਤੂੰ ਚਾਹਵੇਂ ਤਾਂ ਮੈਨੂੰ ਦੇ ਸਕਦਾ ਹੈ। ਇਸ ਨੂੰ ਮੈਂ ਚੰਗੀ ਤਰ੍ਹਾਂ ਪੜ੍ਹਾਵਾਂਗਾ, ਲਿਖਾਵਾਂਗਾ ਤੇ ਕਿਸੇ ਚੰਗੇ ਥਾਂ ਤੇ ਇਹਦਾ ਵਿਆਹ ਆਪ ਹੀ ਕਰ ਦੇਵਾਂਗਾ। ਹੁਣ ਇਹ ਸੋਚ ਕੇ ਇਹਨੂੰ ਇਹ ਸੀ ਕਿ ਇਹਨੂੰ ਮੈਂ ਪੜ੍ਹਾਵਾਂਗਾ, ਲਿਖਾਵਾਂਗਾ, ਵਿਆਹ ਵੀ ਸੋਚਿਆ ਉਸਨੇ ਕਿ ਇਹ ਕਰ ਦੇਵੇਗਾ। ਉਂਝ ਵੀ ਉਸਨੇ ਸੋਚਿਆ ਵਿਚਾਰੇ ਮੱਛੀਆਂ ਪਾਲਣ ਵਾਲੇ ਨੇ ਕਿ ਮੇਰੇ ਸਿਰ ਤੇ ਤਾਂ ਭਾਰੂ ਹੈ, ਮੇਰੇ ਘਰ ਫਿਰ ਪੁੱਤ ਵੀ ਨਹੀਂ ਹੋਵੇਗਾ।
ਇਸ ਤੋਂ ਚੰਗਾ ਹੈ ਮੈਂ ਇਸ ਨੂੰ ਹੀ ਦੇ ਦੇਵਾਂ। ਉਹਨੇ ਦੋਵਾਂ ਜੀਆਂ ਨੇ ਸਲਾਹ ਕਰਕੇ ਉਸ ਨੂੰ ਉਹ ਆਪਣੀ ਧੀ ਦੇ ਦਿੱਤੀ। ਕਹਿੰਦੇ ਹੁਣ ਪੰਡਿਤ ਬੜਾ ਜ਼ਿਆਦਾ ਖੁਸ਼ ਸੀ। ਹੁਣ ਉਸ ਪੰਡਿਤ ਨੇ ਸੋਚਿਆ ਕਿ ਇਸ ਦੇ ਜੇਕਰ ਮੈਂ ਗਲੇ ਵਿੱਚ ਅੰਗੂਠਾ ਰੱਖ ਦੇਵਾਂ ਤਾਂ ਇਹ ਤਾਂ ਮਰ ਜਾਵੇਗੀ। ਪਰ ਉਹਨੇ ਸੋਚਿਆ ਕਿ ਇਹਦਾ ਦੋਸ਼ ਮੈਂ ਆਪਣੇ ਮੱਥੇ 'ਤੇ ਕਿਉਂ ਮੜਾਂ। ਉਹਨੇ ਕੀ ਕੀਤਾ ਕਿ ਕੋਲ ਹੀ ਇੱਕ ਲੱਕੜੀ ਦਾ ਡੱਬਾ ਪਿਆ ਸੀ। ਲੱਕੜੀ ਦੇ ਡੱਬੇ ਵਿੱਚ ਉਹਨੂੰ ਰੱਖ ਕੇ ਜਲ ਦੇ ਵਿੱਚ ਪ੍ਰਵਾਹ ਕਰ ਦਿੱਤਾ, ਜਿਹੜੀ ਲਾਗੋਂ ਨਦੀ ਵਹਿੰਦੀ ਸੀ। ਕਹਿੰਦੇ ਹੁਣ ਨਾ ਉਹ ਜਿਹੜਾ ਕਹਿੰਦੇ ਹੁੰਦੇ ਹਨ ਕਿ ਪਰਮਾਤਮਾ ਜੀ ਨੇ ਰੱਖਣਾ ਹੋਵੇ ਤਾਂ ਕੱਖਾਂ ਵਿੱਚ ਵੀ ਰੱਖ ਲੈਂਦਾ ਹੈ। ਜੇ ਕਿਸੇ ਦੇ ਸਵਾਸ ਬਾਕੀ ਬਚੇ ਹੋਣ ਤਾਂ ਉਹ ਹਮੇਸ਼ਾ ਜਿਉਂਦਾ ਰਹਿੰਦਾ ਹੈ। ਉਹ ਡੱਬਾ ਹੁਣ ਡੁੱਬਿਆ ਨਾ, ਤੈਰਦਾ ਤੈਰਦਾ ਕਹਿੰਦੇ ਕਿ ਬੜੀ ਦੂਰ ਇੱਕ ਨਗਰ ਦੇ ਵਿੱਚ ਜਾ ਪਹੁੰਚਿਆ। ਕਹਿੰਦੇ ਉਦੋਂ ਅੰਮ੍ਰਿਤ ਵੇਲੇ ਦਾ ਸਮਾਂ ਸੀ। ਉਸ ਨਗਰ ਦਾ ਜਿਹੜਾ ਪੰਡਿਤ ਸੀ ਉਹਦੇ ਕੋਲ ਕੋਈ ਔਲਾਦ ਨਹੀਂ ਸੀ। ਉਹ ਅੰਮ੍ਰਿਤ ਵੇਲੇ ਉਸ ਦਰਿਆ ਦੇ ਕੰਢੇ 'ਤੇ ਇਸ਼ਨਾਨ ਕਰਨ ਲਈ ਬੈਠਾ ਸੀ। ਉੱਥੇ ਬੈਠ ਕੇ ਪਰਮਾਤਮਾ ਨੂੰ ਧਿਆ ਰਿਹਾ ਸੀ। ਕਹਿੰਦੇ ਅੱਜ ਜਦੋਂ ਇਸ਼ਨਾਨ ਕਰਕੇ ਖੜਾ ਹੋਇਆ ਤੇ ਕਹਿੰਦੇ ਉਹ ਜਿਹੜਾ ਡੱਬਾ ਸੀ ਉਸ ਦੇ ਨਾਲ ਜਾ ਟਕਰਾਇਆ। ਉਹਨੇ ਡੱਬਾ ਖੋਲ੍ਹਿਆ ਤੇ ਵਿੱਚ ਵੇਖਿਆ ਉਸ ਪਰਮਾਤਮਾ ਦੀ ਦਾਤ। ਉਸ ਨੂੰ ਸਮਝ ਕੇ ਆਪਣੀ ਧੀ ਨੂੰ ਘਰ ਲੈ ਗਿਆ। ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ, ਇਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਆਪਣੇ ਕੋਲ ਔਲਾਦ ਨਹੀਂ ਸੀ, ਪਰਮਾਤਮਾ ਨੇ ਦੇ ਦਿੱਤੀ ਹੈ। ਹੱਸੀ ਖੁਸ਼ੀ ਉਹਨੂੰ ਉਹ ਪਾਲਣ ਲੱਗ ਪਈ। ਹੁਣ ਜਿਹੜੀ ਧੀ ਸੀ ਉਹ ਬੜੀ ਹੀ ਰੂਪ ਵਾਲੀ ਸੀ, ਗੁਣਾਂ ਦੀ ਧਾਰਨੀ ਸੀ ਤੇ ਪੰਡਿਤ ਨੇ ਉਹਨੂੰ ਹਰ ਵਿਦਿਆ ਕਲਾ ਦੇ ਵਿੱਚ ਨਿਪੁੰਨ ਕਰਵਾ ਦਿੱਤਾ। ਹੁਣ ਜਦੋਂ ਵੱਡੀ ਹੋਈ ਤਾਂ ਉਹਦੀ ਮਾਂ ਨੇ ਕਿਹਾ ਕਿ ਆਪਾਂ ਇਹਦੇ ਲਈ ਵਰ ਲੱਭੀਏ, ਇਹ ਸੋਹਣੀ ਬਹੁਤ ਜ਼ਿਆਦਾ ਹੈ, ਆਪ ਵਿਦਿਆ ਕਲਾ ਵਿੱਚ ਨਿਪੁੰਨ ਹੈ ਤੇ ਗੁਣਾਂ ਦੀ ਧਾਰਨੀ ਵੀ ਹੈ, ਉਹਦੇ ਲਈ ਚੰਗਾ ਵਰ ਲੱਭਿਆ ਜਾਵੇ। ਉਹਨੇ ਕਿਹਾ ਕਿ ਇਹਦੇ ਲਈ ਤਾਂ ਸਿਰਫ ਮੈਂ ਖੁਦ ਹੀ ਤਲਾਸ਼ ਕਰਾਂਗਾ। ਪੰਡਿਤ ਹੁਣ ਹਰ ਨਗਰ ਵਿੱਚ ਜਾਂਦਾ ਤੇ ਉੱਥੇ ਪੁੱਛਗਿੱਛ ਕਰਦਾ, ਪਰ ਉਹਦੇ ਯੋਗ ਉਸ ਨੂੰ ਕੋਈ ਵੀ ਵਰ ਨਾ ਲੱਭਦਾ। ਪਹੁੰਚਦੇ ਪਹੁੰਚਦੇ ਉਸ ਨਗਰ ਵਿੱਚ ਜਾ ਪਹੁੰਚਿਆ ਜੋ ਪੰਡਿਤ ਦਾ ਬੜਾ ਜ਼ਿਆਦਾ ਮਸ਼ਹੂਰ ਸੀ। ਉੱਥੇ ਜਾ ਕੇ ਉਸਨੇ ਪੁੱਛਿਆ ਕਿ ਕੋਈ ਇਸ ਨਗਰ ਵਿੱਚ ਪੰਡਿਤ ਹੈ ਜਿਸ ਦੇ ਪੁੱਤ ਦਾ ਵਿਆਹ ਹੋਣਾ ਹੋਵੇ। ਉਹਨਾਂ ਨੇ ਉਸੇ ਹੀ ਪੰਡਿਤ ਦਾ ਨਾਮ ਦੱਸ ਦਿੱਤਾ, ਜਿਹੜਾ ਪੰਡਿਤ ਉਸ ਨੂੰ ਪਾਣੀ ਵਿੱਚ ਰੋੜ ਕੇ ਆਇਆ ਸੀ। ਹੁਣ ਉਹ ਪੰਡਿਤ ਵੀ ਆਪਣੇ ਪੁੱਤ ਦਾ ਵਿਆਹ ਕਰਨਾ ਚਾਹੁੰਦਾ ਸੀ ਤੇ ਉਹ ਆਪਣੇ ਮਨ ਹੀ ਮਨ ਵਿੱਚ ਬੜਾ ਖੁਸ਼ ਸੀ ਕਿ ਪਰਮਾਤਮਾ ਦਾ ਲਿਖਿਆ ਮੈਂ ਬਦਲ ਦਿੱਤਾ ਹੈ ਕਿ ਉਹ ਕੁੜੀ ਦੇ ਨਾਲ ਤਾਂ ਮੇਰੇ ਪੁੱਤ ਦਾ ਵਿਆਹ ਨਹੀਂ ਹੋਵੇਗਾ, ਮੈਂ ਜਿਸ ਨਾਲ ਵੀ ਚਾਹਾਂਗਾ ਉਸ ਨਾਲ ਹੀ ਮੇਰਾ ਪੁੱਤ ਵਿਆਹ ਕਰੇਗਾ। ਹੁਣ ਪੰਡਿਤ ਜਦੋਂ ਉਹਦੇ ਘਰ ਗਿਆ ਤੇ ਉਹਨੇ ਕਿਹਾ ਕਿ ਮੇਰੀ ਧੀ ਹੈ, ਪਰ ਮੈਂ ਆਪਣੀ ਧੀ ਲਈ ਜਿਹੜਾ ਵਰ ਲੱਭਦਾ ਪਿਆ ਹਾਂ ਉਹ ਇੰਨਾ ਵਿਦਿਆ ਕਲਾ ਨਿਪੁੰਨ ਚਾਹੀਦਾ ਹੈ, ਇੰਨੇ ਗੁਣਾਂ ਦਾ ਧਾਰਨੀ ਚਾਹੀਦਾ ਹੈ। ਕਹਿੰਦੇ ਕਿ ਇੱਦਾਂ ਹੀ ਸੋਹਣਾ ਸੁਨੱਖਾ ਵੀ ਹੋਵੇ। ਜਦੋਂ ਉਹਨੇ ਪੰਡਿਤ ਦਾ ਪੁੱਤ ਵੇਖਿਆ ਤਾਂ ਉਹਨੇ ਵੇਖਿਆ ਕਿ ਇਹ ਤਾਂ ਮੇਰੀ ਧੀ ਦੇ ਬਰਾਬਰ ਹੈ, ਹੁਣ ਇੱਥੇ ਹੀ ਵਿਆਹ ਦੀ ਤਰੀਕ ਮਿਣ ਲੈਂਦੇ ਹਾਂ। ਉਹਨੇ ਜਿਹੜਾ ਪੰਡਿਤ ਸੀ, ਜਿਹੜਾ ਬੜਾ ਜ਼ਿਆਦਾ ਮਸ਼ਹੂਰ ਸੀ, ਉਹਨੂੰ ਕਿਹਾ ਕਿ ਤੁਸੀਂ ਬਰਾਤ ਲੈ ਕੇ ਆ ਜਾਣਾ। ਉਹਦੇ ਘਰ ਚਲਿਆ ਗਿਆ। ਕਹਿੰਦੇ ਕਿ ਦੋਹਾਂ ਦਾ ਵਿਆਹ ਹੋ ਗਿਆ। ਹੁਣ ਪੰਡਿਤ ਦਾ ਮਨ ਬੜਾ ਖੁਸ਼ ਸੀ ਕਿ ਮੈਂ ਤੇ ਲਿਖਿਆ ਹੋਇਆ ਵਿਧੀ ਵਿਧਾਨ ਵੀ ਬਦਲ ਦਿੱਤਾ ਹੈ। ਕਹਿੰਦੇ ਹੁਣ ਕੁਝ ਸਮਾਂ ਲੰਘਿਆ ਤੇ ਲਗਭਗ ਸਾਲ ਦਾ ਸਮਾਂ ਹੋ ਚੁੱਕਾ ਸੀ। ਉਹਨਾਂ ਘਰ ਬੜੇ ਸਾਰੇ ਲੋਕ ਆਇਆ ਜਾਇਆ ਕਰਨ। ਹੁਣ ਉਹਦੀ ਨੂੰਹ ਨੇ ਵੀ ਇਹ ਚੀਜ਼ ਦੇਖਿਆ ਕਰਨੀ। ਉਹਦੀ ਨੂੰਹ ਕਹਿੰਦੀ ਕਿ ਪਿਤਾ ਜੀ ਆਪਣੇ ਘਰ ਇੰਨੇ ਸਾਰੇ ਲੋਕ ਕਿਉਂ ਆਉਂਦੇ ਹਨ? ਆਪਣਾ ਭਵਿੱਖ ਜਾਣਨ ਲਈ। ਤੇ ਪਿਤਾ ਜੀ ਮੇਰੇ ਘਰ ਵੀ ਔਲਾਦ ਹੋਣ ਵਾਲੀ ਹੈ, ਤੁਸੀਂ ਵੀ ਦੱਸੋ ਕਿ ਮੇਰੀ ਔਲਾਦ ਪਹਿਲਾਂ ਧੀ ਹੋਵੇਗੀ ਜਾਂ ਪੁੱਤ ਹੋਵੇਗਾ? ਉਹਨੇ ਕਿਹਾ ਮੈਂ ਹੁਣੇ ਦੱਸ ਦਿੰਦਾ ਹਾਂ। ਉਹਨੇ ਜਦੋਂ ਵਰਕਾ ਲਿਆ ਤੇ ਉੱਤੇ ਕੁਝ ਨੰਬਰ ਲਿਖੇ ਤੇ ਕੁਝ ਗਣਨਾ ਮੰਨਣਾ ਕੀਤੀ। ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਇਹ ਤਾਂ ਉਹ ਮਸ਼ਿਆਰਿਆਂ ਦੀ ਧੀ ਹੈ ਜਿਸ ਤੋਂ ਮੈਂ ਖਹਿੜਾ ਛੁਡਵਾਇਆ ਸੀ, ਪਰ ਮੇਰੇ ਪੁੱਤ ਦਾ ਵਿਆਹ ਫਿਰ ਇਹਦੇ ਨਾਲ ਹੋ ਗਿਆ। ਉਸ ਨੂੰ ਬੁਲਾ ਕੇ ਪੁੱਛਿਆ, ਧੀਏ ਤੂੰ ਆਪਣੇ ਪਿਤਾ ਦੀ ਇਕੱਲੀ ਇਕੱਲੀ ਧੀ ਹੈ? ਕਹਿੰਦੀ ਜੀ ਪਿਤਾ ਜੀ ਦੀ ਇਕੱਲੀ ਇਕੱਲੀ ਧੀ ਹਾਂ, ਪਰ ਮੇਰੇ ਪਿਤਾ ਜੀ ਨੇ ਮੇਰੇ ਨਾਲ ਅਸਲ ਮਾਂ-ਪਿਓ ਨਹੀਂ ਹਨ। ਜਿਹੜੇ ਮੇਰੇ ਅਸਲ ਮਾਂ-ਪਿਓ ਸੀ ਉਹ ਬੜੇ ਹੀ ਨਿਰਦਈ ਸੀ। ਉਹਨਾਂ ਨੇ ਮੈਨੂੰ ਇੱਕ ਡੱਬੇ ਵਿੱਚ ਪਾ ਕੇ ਦਰਿਆ ਵਿੱਚ ਵਹਾ ਦਿੱਤਾ ਸੀ, ਪਰ ਇਹਨਾਂ ਨੇ ਮੈਨੂੰ ਪਾਲਿਆ ਪੋਸਿਆ ਤੇ ਪੜ੍ਹਾਇਆ ਹੈ। ਅੱਜ ਇਸ ਥਾਂ 'ਤੇ ਮੈਨੂੰ ਵਿਆਹ ਕੇ ਵੀ ਭੇਜ ਦਿੱਤਾ ਹੈ। ਉਹ ਕਹਿੰਦੀ ਇਹੀ ਹੀ ਹੁਣ ਮੇਰੇ ਅਸਲ ਮਾਂ-ਪਿਓ ਹਨ। ਉਹਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਜਿਹੜਾ ਪਿਓ ਸੀ ਉਹ ਪੁੱਤ ਵਪਾਰ ਕਰਿਆ ਕਰਦਾ ਸੀ ਤੇ ਉਹ ਦੂਰ ਦੁਰਾਡੇ ਸਮੁੰਦਰ ਪਾਰ ਜਾਇਆ ਕਰਦਾ ਸੀ। ਇੱਥੋਂ ਸਮਾਨ ਉੱਥੇ ਜਾ ਕੇ ਵੇਚਦਾ ਸੀ ਤੇ ਉੱਥੋਂ ਜ਼ਰੂਰਤ ਦਾ ਸਮਾਨ ਲਿਆ ਕੇ ਇੱਧਰ ਵਪਾਰ ਕਰਿਆ ਕਰਦਾ ਸੀ। ਉਹ ਕਿੰਨਾ ਕਿੰਨਾ ਸਮਾਂ ਘਰ ਨਾ ਬੌੜਿਆ ਕਰਦਾ। ਇੱਧਰ ਪੰਡਿਤ ਨੇ ਕਿਹਾ, ਧੀਏ ਜਿਹੜੀ ਤੇਰੀ ਔਲਾਦ ਹੈ ਨਾ, ਕਹਿੰਦੇ ਉਹ ਤਾਂ ਹੀ ਚੰਗੀ ਹੋਵੇਗੀ ਜੇਕਰ ਸਹੀ ਸਲਾਮਤ ਹੋਵੇਗੀ, ਜੇਕਰ ਤੂੰ ਮੇਰੇ ਨਾਲ ਸਮੁੰਦਰ ਦੇ ਕੰਢੇ ਜਾ ਕੇ ਇੱਕ ਉਪਾਅ ਕਰੇਂਗੀ। ਉਹਨੇ ਕਿਹਾ, ਪਿਤਾ ਜੀ ਔਲਾਦ ਲਈ ਤਾਂ ਮੈਂ ਜ਼ਰੂਰ ਕਰਾਂਗੀ,
ਉਹਨੂੰ ਲੈ ਕੇ ਸਮੁੰਦਰ ਦੇ ਕੰਢੇ ਚਲਿਆ ਗਿਆ। ਉੱਥੇ ਇੱਕ ਮੁੰਦਰੀ ਆਪਣੇ ਹੱਥ 'ਚ ਲਾਈ ਤੇ ਸਮੁੰਦਰ ਦੇ ਪਾਣੀ ਵਿੱਚ ਵਗਾ ਕੇ ਮਾਰੀ। ਕਹਿੰਦਾ, ਧੀਏ, ਜਦੋਂ ਇਹ ਮੁੰਦਰੀ ਤੈਨੂੰ ਲੱਭ ਗਈ ਉਸ ਦਿਨ ਤੂੰ ਘਰ ਆ ਜਾਵੀਂ। ਉਸ ਤੋਂ ਪਹਿਲਾਂ ਤੂੰ ਘਰ ਨਾ ਆਈ। ਤੇਰਾ ਪਤੀ ਜਿਹੜਾ ਹੈ ਅਕਾਲ ਚਲਾਣਾ ਕਰ ਜਾਵੇਗਾ। ਜੇਕਰ ਤੂੰ ਆਪਣੇ ਪਿਤਾ ਦੇ ਘਰ ਗਈ ਤਾਂ ਤੇਰਾ ਪਿਤਾ ਅਕਾਲ ਚਲਾਣਾ ਕਰ ਜਾਵੇਗਾ। ਪਰ ਜੇਕਰ ਤੂੰ ਇਹ ਗੱਲ ਮੰਨ ਕੇ ਵੀ ਘਰ ਆ ਗਈ ਤਾਂ ਤੇਰੇ ਘਰ ਔਲਾਦ ਕਦੇ ਵੀ ਸੁੱਖ ਨਹੀਂ ਮਾਣੇਗੀ। ਹੁਣ ਤੂੰ ਦੱਸ ਕੀ ਕਰਨਾ ਹੈ। ਉਹਨੇ ਕਿਹਾ, ਜੀ ਮੈਂ ਲੱਭ ਕੇ ਫਿਰ ਹੀ ਘਰ ਆਵਾਂਗੀ। ਇੰਨਾ ਕਹਿ ਕੇ ਉਹ ਘਰ ਚਲਿਆ ਗਿਆ। ਕਹਿੰਦੇ ਹੁਣ ਦਰਿਆ ਦੇ ਕੰਢੇ ਇੱਕ ਪਾਸੇ ਸਮੁੰਦਰ। ਉਹ ਸੋਚਦੀ ਕਿ ਇੱਥੇ ਬੈਠਣ ਨਾਲੋਂ ਚੰਗਾ ਹੈ ਮੈਂ ਘਰ ਨਹੀਂ ਤਾਂ ਜਾ ਸਕਦੀ, ਪਰ ਮੁੰਦਰੀ ਵੀ ਲੱਭਣੀ ਹੈ। ਮੁੰਦਰੀ ਤਾਂ ਲੱਭਣੀ ਨਹੀਂ, ਚਲੋ ਅੱਗੇ ਚਲੀ ਜਾਂਦੀ ਹਾਂ, ਕੋਈ ਨਗਰ ਤਾਂ ਲੱਭ ਹੀ ਜਾਵੇਗਾ। ਤੁਰਦੇ ਤੁਰਦਿਆਂ ਉਹ ਅੱਗੇ ਤੁਰੀ ਗਈ ਤੇ ਉਹ ਸਮੁੰਦਰ ਦੇ ਕੰਢੇ ਇੱਕ ਜਹਾਜ਼ ਤੋਂ ਇੱਕ ਪਰਿਵਾਰ ਉਤਰਦਾ ਹੈ। ਉਹ ਵੇਖਣ 'ਚ ਕੋਈ ਸੇਠ ਹੀ ਲੱਗਦਾ ਸੀ। ਉਹਨਾਂ ਪੁੱਛਿਆ, ਧੀਏ, ਤੂੰ ਇੰਨੀ ਸੁੰਨਸਾਨ ਜਗ੍ਹਾ 'ਤੇ ਕੀ ਕਰਦੀ ਪਈ ਹੈ? ਅਸੀਂ ਤਾਂ ਇੱਥੇ ਮਜਬੂਰੀ ਬਸ ਉਤਰਦੇ ਹਾਂ। ਉਹਨੇ ਕਿਹਾ, ਜੀ ਮੈਂ ਵਕਤ ਦੀ ਮਾਰੀ ਹਾਂ, ਇਹ ਕਹਿ ਕੇ ਧੱਕੇ ਖਾਂਦੀ ਜਾ ਰਹੀ ਹਾਂ, ਮੇਰਾ ਕੋਈ ਨਹੀਂ ਹੈਗਾ। ਉਹਨੇ ਕਿਹਾ, ਧੀਏ, ਸਾਨੂੰ ਵੀ ਇੱਕ ਕੰਮ ਵਾਲੀ ਦੀ ਜ਼ਰੂਰਤ ਹੈ। ਜੇਕਰ ਤੂੰ ਸਾਨੂੰ ਕੰਮ ਵਾਲੀ ਦੀ ਜ਼ਰੂਰਤ ਪੂਰੀ ਕਰ ਦੇਵੇਂ ਤਾਂ ਤੇਰਾ ਵੀ ਧੰਨਵਾਦ ਹੋਵੇਗਾ। ਉਹਨੇ ਕਿਹਾ, ਜ਼ਰੂਰ, ਮੈਂ ਕੰਮ ਜ਼ਰੂਰ ਕਰਾਂਗੀ। ਇੰਨਾ ਕਹਿ ਕੇ ਉਹ ਸੇਠ ਉਸ ਨੂੰ ਆਪਣੇ ਘਰ ਲੈ ਆਇਆ। ਹੁਣ ਉਹ ਸੇਠ ਤੇ ਸੇਠਾਣੀ ਜਿਹੜੇ ਸਨ ਉਹਨਾਂ ਦੇ ਘਰ ਔਲਾਦ ਨਹੀਂ ਸੀ। ਉਹਨਾਂ ਦੇ ਘਰ ਜਿਹੜੀ ਔਲਾਦ ਸੀ, ਧੀ ਸੀ, ਉਹਦਾ ਵਿਆਹ ਹੋ ਚੁੱਕਾ ਸੀ। ਉਹਨਾਂ ਕੀ ਕੀਤਾ ਕਿ ਉਹਨਾਂ ਨੂੰ ਤਿੰਨੇ ਸਮੇਂ ਖਾਣਾ ਪਕਾ ਕੇ ਦਿੰਦੀ। ਸੇਠ ਵੀ ਬੜੇ ਪਿਆਰ ਨਾਲ ਉਸਨੂੰ ਰੱਖਿਆ ਕਰਦਾ ਸੀ। ਇੱਧਰ ਕਹਿੰਦੇ ਕਿ ਜਿਹੜਾ ਸੇਠ ਦਾ ਜਿਹੜਾ ਪੰਡਿਤ ਜਿਹੜਾ ਪੁੱਤ ਸੀ ਉਹ ਵੀ ਵਾਪਸ ਆ ਗਿਆ ਆਪਣਾ ਵਪਾਰ ਕਰਕੇ। ਆ ਕੇ ਆਪਣੀ ਘਰਵਾਲੀ ਬਾਰੇ ਪੁੱਛਿਆ ਤਾਂ ਪੰਡਿਤ ਨੇ ਕਹਿ ਦਿੱਤਾ, ਗੰਗਾ ਨਦੀ ਦੇ ਵਿੱਚ ਇਸ਼ਨਾਨ ਕਰਨ ਗਈ ਸੀ, ਉੱਥੇ ਪੈਰ ਤਿਲਕ ਗਿਆ ਤੇ ਪਾਣੀ ਦੇ ਵਹਾਅ ਦੇ ਨਾਲ ਉਹ ਰੁੜ ਗਈ ਹੈ, ਅਕਾਲ ਚਲਾਣੇ ਕਰ ਗਈ ਹੈ। ਹੁਣ ਪੁੱਤਰ ਬੜਾ ਉਦਾਸ ਰਹਿਣ ਲੱਗਾ। 6-7 ਮਹੀਨੇ ਦੇ ਸਮੇਂ ਦੇ ਬਾਅਦ ਕਹਿੰਦੇ ਕਿ ਐਵੇਂ ਹੀ ਲੰਘਿਆ ਤੇ ਜਦੋਂ ਉਹ ਸਮਾਂ ਲੰਘਦਾ ਗਿਆ ਤਾਂ ਪਿਤਾ ਨੇ ਸੋਚਿਆ ਇਹਦਾ ਵਿਆਹ ਕਰ ਦਿੱਤਾ ਜਾਵੇ। ਇਸ ਤੋਂ ਚੰਗਾ ਹੋਰ ਕੋਈ ਸਮਾਂ ਹੋ ਨਹੀਂ ਸਕਦਾ। ਕਹਿੰਦੇ ਕਿ 6 ਮਹੀਨਿਆਂ ਦੇ ਅੰਦਰ ਅੰਦਰ ਹੀ ਉਸ ਦਾ ਰਿਸ਼ਤਾ ਉਸੇ ਹੀ ਪੰਡਿਤ ਦੇ ਘਰੋਂ ਆਇਆ ਜਿਹੜੇ ਪੰਡਿਤ ਨੇ ਉਸ ਕੁੜੀ ਨੂੰ ਆਪਣੇ ਘਰ ਲਈ ਕੰਮ ਕਰਨ ਲਈ ਲਿਆਂਦਾ ਸੀ। ਜਦੋਂ ਉਹ ਰਿਸ਼ਤਾ ਆਇਆ ਤਾਂ ਉਹਨਾਂ ਨੇ ਕਿਹਾ, ਠੀਕ ਹੈ ਦੋਸਤਾ, ਮੈਂ ਇੱਕ ਦਿਨ ਤੇਰੇ ਘਰ ਆਵਾਂਗਾ ਤੇ ਤੇਰੀ ਧੀ ਨੂੰ ਆਪਣੇ ਘਰ ਵਿੱਚ ਵਿਆਹ ਕੇ ਲੈ ਜਾਵਾਂਗਾ। ਉਹੀ ਉਹਦਾ ਮਿੱਤਰ ਸੀ। ਕਹਿੰਦਾ ਵੀ ਆਪਾਂ ਇੰਨੀ ਦੂਰ ਆ ਗਏ ਹਾਂ, ਇੱਥੇ ਮੇਰਾ ਬੜਾ ਹੀ ਖਾਸ ਮਿੱਤਰ ਹੈ, ਉਹਨੂੰ ਮਿਲ ਚੱਲਦੇ ਹਾਂ। ਉਹਦਾ ਪੁੱਤਰ ਕਹਿੰਦਾ ਕਿ ਚਲੋ ਉਹਦੇ ਘਰ ਚੱਲਦੇ ਹਾਂ। ਹੁਣ ਜਦੋਂ ਉਧਰ ਨੂੰ ਤੁਰੀ ਜਾ ਰਹੇ ਸਨ ਤਾਂ ਉਧਰ ਇੱਕ ਮਛਵਾਰਨ ਬੜੀਆਂ ਸਾਰੀਆਂ ਮੱਛੀਆਂ ਫੜ ਕੇ ਹੋਕਾ ਦਿੰਦੀ ਹੈ। ਕਹਿੰਦੇ ਕਿ ਜਿਹਦੇ ਘਰ ਉਹ ਕੰਮ ਕਰਦੀ ਸੀ ਉਹ ਸੇਠ ਬੜੀਆਂ ਹੀ ਸਾਰੀਆਂ ਮੱਛੀਆਂ ਲੈ ਕੇ ਆਇਆ ਕਰਦਾ ਸੀ ਤੇ ਉਹਨੇ ਕਿਹਾ ਕਿ ਧੀਏ ਬਣਾ ਦੇਂਗੀ? ਕਹਿੰਦੀ, ਪਿਤਾ ਜੀ ਮੈਂ ਆਪ ਤੇ ਨਹੀਂ ਖਾਂਦੀ ਪਰ ਹੱਥ ਵੀ ਨਹੀਂ ਕਦੀ ਲਾਇਆ, ਪਰ ਪਿਤਾ ਜੀ ਤੁਸੀਂ ਇੰਨਾ ਕੰਮ ਕਿਹਾ ਹੈ ਤਾਂ ਮੈਂ ਜ਼ਰੂਰ ਤੁਹਾਡੀ ਆਗਿਆ ਮੰਨਾਂਗੀ, ਜ਼ਰੂਰ ਬਣਾ ਦੇਵਾਂਗੀ। ਕਹਿੰਦੇ ਕਿ ਪਹਿਲੀ ਮੱਛੀ ਅਜੇ ਫੜੀ ਤਾਂ ਉਹਨੂੰ ਕੱਟ ਵੱਢ ਕੇ ਰੱਖਣ ਹੀ ਲੱਗੀ ਸੀ ਕਿ ਉਹਦੇ ਢਿੱਡ ਵਿੱਚੋਂ ਉਹੀ ਮੁੰਦਰੀ ਨਿਕਲੀ। ਕਹਿੰਦੇ ਉਸਨੂੰ ਉਹਨੇ ਧੋ ਕੇ ਸਵਾਰ ਕੇ ਹੱਥ ਵਿੱਚ ਪਾ ਲਿਆ। ਹੁਣ ਬੜੀ ਖੁਸ਼ ਹੋਈ ਕਿ ਮੈਂ ਆਪਣੇ ਘਰ ਵਾਪਸ ਜਾ ਸਕਦੀ ਹਾਂ। ਕਹਿੰਦੇ ਕਿ ਇੰਨੇ ਨੂੰ ਹੀ ਉਹਦਾ ਦੋਸਤ ਆਪਣੇ ਪੰਡਿਤ ਜਿਹੜਾ ਸੀ ਆਪਣੇ ਪੁੱਤਰ ਨੂੰ ਲੈ ਕੇ ਆ ਗਿਆ ਤੇ ਉਹਨਾਂ ਨੇ ਆਵਾਜ਼ ਲਗਾਈ ਕਿ ਧੀਏ ਮਹਿਮਾਨ ਆਏ ਹਨ, ਕੋਈ ਚਾਹ ਪਾਣੀ ਦੇ ਕੇ ਜਾ। ਕਹਿੰਦੇ ਕਿ ਉਹ ਚਾਹ ਪਾਣੀ ਰੱਖ ਤੇ ਆਈ ਤੇ ਲੈ ਕੇ ਜਦੋਂ ਉਸਨੇ ਮੇਜ਼ ਤੇ ਰੱਖਿਆ ਉਹਦੇ ਪਤੀ ਦੀ ਨਿਗਾਹ ਉਹ 'ਤੇ ਪੈ ਗਈ। ਉਹ ਵੀ ਜਿਹੜੇ ਆਪਣੇ ਸਹੁਰੇ ਪਰਿਵਾਰ ਨੂੰ ਪਤੀ ਨੂੰ ਵੇਖ ਕੇ ਹੈਰਾਨ ਰਹਿ ਗਈ। ਉਹਦੇ ਪਤੀ ਨੇ ਝੱਟ ਹੀ ਕਿਹਾ, ਪਿਤਾ ਜੀ ਤੁਸੀਂ ਤਾਂ ਕਿਹਾ ਸੀ ਮੇਰੀ ਘਰਵਾਲੀ ਜਿਹੜੀ ਦਰਿਆ ਦੇ ਵਹਾਅ ਵਿੱਚ ਵਹਿ ਕੇ ਮਰ ਚੁੱਕੀ ਹੈ, ਪਰ ਇਹ ਤਾਂ ਸਾਹਮਣੇ ਖੜੀ ਹੈ, ਤੁਸੀਂ ਮੈਨੂੰ ਝੂਠ ਕਿਉਂ ਬੋਲਿਆ? ਹੁਣ ਉਹਦੇ ਪਿਤਾ ਕੋਲ ਹੋਰ ਕੋਈ ਹੱਲ ਨਹੀਂ ਸੀ। ਉਹਦੇ ਪਿਤਾ ਨੇ ਜਿਹੜੀ ਮੁੰਦਰੀ ਸੀ ਆਪਣੀ ਨੂੰਹ ਦੇ ਕੋਲੋਂ ਲੈ ਲਈ ਕਿਉਂਕਿ ਨੂੰਹ ਨੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ ਸੀ। ਹੁਣ ਉਹਦੇ ਕੋਲ ਸੱਚ ਬੋਲਣ ਤੋਂ ਸਿਵਾ ਕੁਝ ਨਹੀਂ ਸੀ। ਪੰਡਿਤ ਨੇ ਸਾਰੀ ਹੀ ਗੱਲ ਆਪਣੇ ਪੁੱਤਰ ਨੂੰ ਦੱਸੀ ਕਿ ਮੈਨੂੰ ਆਪਣੀ ਵਿੱਦਿਆ ਕਲਾ 'ਤੇ ਬੜਾ ਜ਼ਿਆਦਾ ਮਾਣ ਸੀ, ਮੈਂ ਬੜਾ ਧਨੀ ਸੀ, ਇਸ ਲਈ ਮੈਂ ਚਾਹੁੰਦਾ ਸੀ ਕਿ ਤੇਰਾ ਵਿਆਹ ਕਿਸੇ ਚੰਗੇ ਖਾਨਦਾਨ ਵਿੱਚ ਹੋਵੇ, ਪਰ ਤੇਰੀ ਭਵਿੱਖਬਾਣੀ ਵਿੱਚ ਲਿਖਿਆ ਹੋਇਆ ਸੀ ਕਿ ਤੂੰ ਮਛਵਾਰਨ ਦੀ ਕੁੜੀ ਦੇ ਨਾਲ ਵਿਆਹ ਕਰਵਾਵੇਂਗਾ। ਮੈਂ ਆਪਣੀ ਹੀ ਹੰਕਾਰ ਦੇ ਵਿੱਚ ਡੁੱਬਿਆ ਹੋਇਆ ਤੇਰਾ ਘਰ ਬਰਬਾਦ ਕਰਦਾ ਰਿਹਾ ਹਾਂ। ਫਿਰ ਜਦੋਂ ਉਸਦੇ ਪੁੱਤਰ ਨੂੰ ਸਾਰੀ ਗੱਲਬਾਤ ਪਤਾ ਲੱਗੀ ਤਾਂ ਉਸਨੇ ਆਪਣੇ ਪਿਤਾ ਵੱਲ ਤੱਕਿਆ। ਉਸਦੇ ਪਿਤਾ ਨੇ ਸ਼ਰਮ ਨਾਲ ਮੂੰਹ ਥੱਲੇ ਕਰ ਲਿਆ। ਉਹਨੇ ਕਿਹਾ ਕਿ ਪਰਮਾਤਮਾ ਦੀ ਵਿਧੀ ਵਿਧਾਨ ਬਦਲਣ ਵਾਲਾ ਹੋਰ ਕੋਈ ਵੀ ਨਹੀਂ ਹੋ ਸਕਦਾ। ਮੈਨੂੰ ਨਹੀਂ ਸੀ ਪਤਾ ਕਿ ਚੰਗੇ ਕਰਮ ਵਾਲਿਆਂ ਦੇ ਜਿਹੜੇ ਭਾਗ ਹਨ
ਉਹ ਪਰਮਾਤਮਾ ਆਪ ਸੋਹਣੇ ਕਿਉਂ ਲਿਖਦੇ ਹਨ ਤੇ ਆਪ ਵੀ ਬਦਲ ਸਕਦੇ ਹਨ, ਹੋਰ ਕੋਈ ਵੀ ਨਹੀਂ ਬਦਲ ਸਕਦਾ। ਕਹਿੰਦੇ ਇਸ ਤਰ੍ਹਾਂ ਹੀ ਸਾਨੂੰ ਇਸ ਗੱਲ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੋ ਵੀ ਭਾਗਾਂ 'ਚ ਲਿਖਿਆ ਹੁੰਦਾ ਹੈ ਹੋ ਕੇ ਹੀ ਰਹਿੰਦਾ ਹੈ, ਪਰ ਮਨੁੱਖ ਦੇ ਕੀਤੇ ਚੰਗੇ ਕਰਮ ਚੰਗੇ ਭਾਗ ਬਣਾਉਣੇ ਚਾਹੀਦੇ ਹਨ। ਤੁਸੀਂ ਚੰਗੇ ਕਰਮ ਕਰਦੇ ਜਾਓ, ਫਲ ਤੁਹਾਨੂੰ ਆਪਣੇ ਆਪ ਹੀ ਮਿਲਦਾ ਜਾਵੇਗਾ। ਜਿਹੜੀਆਂ ਦੁੱਖ ਮੁਸ਼ਕਿਲਾਂ ਹਨ ਹੌਲੀ ਹੌਲੀ ਆਪੇ ਹੀ ਦੂਰ ਹੋ ਜਾਣਗੇ, ਪਰ ਉਹਦੇ ਲਈ ਸਾਨੂੰ ਚੰਗੇ ਕਰਮ ਕਰਨੇ ਪੈਣਗੇ, ਕਿਉਂਕਿ ਕਰਮਾਂ ਦਾ ਖਾਦਾ ਕਦੇ ਨਹੀਂ ਮੁੱਕਦਾ ਤੇ ਖੋ ਕੇ ਖਾਦਾ ਕਦੇ ਢਿੱਡ ਨਹੀਂ ਭਰਦਾ। ਸੋ ਸਾਧ ਸੰਗਤ ਜੀ, ਆਪਣੇ ਅੰਦਰੋਂ ਹੀ ਵਿਚਾਰ ਕਰ ਲਈਏ ਕਿ ਕਰਮ ਸੱਚੇ ਹੀ ਕਰਨੇ ਹਨ ਤੇ ਕਮਾਈ ਵੀ ਸੱਚੀ ਕਿਰਤ ਕਰਨੀ ਹੈ। ਉਸ ਵਿੱਚੋਂ ਕੁਝ ਗਰੀਬਾਂ ਦੇ ਲਈ ਦਸਵੰਧ ਕੱਢਣਾ ਸ਼ੁਰੂ ਕਰ ਦਿਓ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਬਰਕਤਾਂ ਦਾ ਵਾਸ ਹੋ ਜਾਵੇਗਾ, ਕਿਉਂਕਿ ਗਰੀਬ ਦੀ ਦਿੱਤੀ ਹੋਈ ਅਸੀਸ ਬੜੀ ਹੀ ਦੂਰ ਤੱਕ ਪਹੁੰਚ ਜਾਂਦੀ ਹੈ, ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੀ ਹੈ ਤੇ ਸਾਡੀਆਂ ਸਾਰੀਆਂ ਹੀ ਮੁਸ਼ਕਿਲਾਂ ਦਾ ਅੰਤ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।